हेलो गुड मॉर्निंग स्टूडेंट्स। सब्जेक्ट अपना चल रहा है MIS मैनेजमेंट इनफॉर्मेशन सिस्टम। ਆਪਾਂ स्टूडेंट्स ਦੇ ਵਿੱਚ मॉडल्स कर रहे ਸੀਗੇ। ਕੱਲ੍ਹ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਾਟਰਫਾਲ ਮਾਡਲ ਕਰਵਾਇਆ ਸੀ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਮੈਂ ਤੁਹਾਨੂੰ ਦੱਸਿਆ ਸੀ ਇੰਪੋਰਟੈਂਟ ਹੈ ਇਹ ਮਾਡਲ, ਇਹਨੂੰ ਧਿਆਨ ਨਾਲ ਕਰਨਾ, ਕੋਈ ਡਾਊਟ ਹੋਏ ਤਾਂ ਪੁੱਛ ਲੈਣੇ ਆ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਮਾਡਲ ਸ਼ੁਰੂ ਕਰਨ ਜਾ ਰਹੇ ਹਾਂ, ਦੈਟ ਇਜ਼ ਪ੍ਰੋਟੋਟਾਈਪਿੰਗ। The system development process frequently takes the form of including a prototyping approach। कहते सिस्टम डिवेलपमेंट ਦੇ ਵਿੱਚ ਇੱਕ ਹੋਰ ਜਿਹੜਾ ਮਾਡਲ ਫ੍ਰੀਕੁਐਂਟਲੀ ਜ਼ਿਆਦਾਤਰ ਤੇ ਯੂਜ਼ ਹੋਣ ਲੱਗਿਆ ਉਹ ਕੀ ਹੈ? ਪ੍ਰੋਟੋਟਾਈਪਿੰਗ ਅਪਰੋਚ। Prototyping is rapid development and testing of working models of prototype of new application in an interactive iterative process that can be used by both IS specialist and business professionals। ਕਹਿੰਦੇ ਪ੍ਰੋਟੋਟਾਈਪ ਦੇ ਵਿੱਚ ਕੀ ਹੈ? ਰੈਪਿਡ ਡਿਵੈਲਪਮੈਂਟ, ਇੱਕ ਪੁਰਾਣੇ ਸੌਫਟਵੇਅਰ ਦੇ ਵਿੱਚ, ਇੱਕ ਪੁਰਾਣੇ ਐਪਲੀਕੇਸ਼ਨ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਕਰਨਾ, ਉਹ ਆਪਣੀ ਪ੍ਰੋਟੋਟਾਈਪਿੰਗ ਮਾਡਲ ਹੋ ਗਿਆ। ਇਹਦੇ ਵਿੱਚ ਕੀ ਹੈ? ਕਹਿੰਦੇ ਕੋਈ ਵੀ ਕਿਸੇ ਵੀ ਕਿਸਮ ਦੇ ਸਪੈਸ਼ਲਾਈਜ਼ਡ ਹੁੰਦੇ ਆ ਜਾਂ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨਲਸ ਹੁੰਦੇ ਆ, ਉਹ ਪ੍ਰੋਟੋਟਾਈਪਿੰਗ ਮਾਡਲ ਨੂੰ ਯੂਜ਼ ਕਰਦੇ, ਕਿਉਂਕਿ ਬੇਸਿਕਲੀ ਉਹ ਕੀ ਕਰਦੇ? ਪੁਰਾਣੀਆਂ ਚੀਜ਼ਾਂ ਦੇ ਵਿੱਚ ਹੀ ਨਾ ਕੁਛ ਨਵੀਆਂ ਚੀਜ਼ਾਂ ਐਡ ਕਰਕੇ ਉਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਉਹਨਾਂ ਲਈ ਇਹ ਪ੍ਰੋਟੋਟਾਈਪਿੰਗ ਮਾਡਲ ਬਹੁਤ ਹੀ ਵਧੀਆ ਰਹਿੰਦਾ ਹੈ। Prototyping as a development tool makes the development process faster and easier, escapely the projects where the user requirements are hard to define। ਕਹਿੰਦੇ ਇਹਦੇ ਵਿੱਚ ਕੀ ਹੈ? ਬਿਜ਼ਨਸ ਪ੍ਰੋਫੈਸ਼ਨਲ ਲਈ ਵਧੀਆ, ਕੋਈ ਟੂਲਸ ਡਿਵੈਲਪ ਕਰਨ ਲਈ ਵਧੀਆ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜਿਹੜੇ ਕਿ ਵਧੀਆ ਬਿਜ਼ਨਸ ਫਾਸਟ ਬੇਸਿਸ 'ਤੇ ਕਰਨਾ ਚਾਹੁੰਦੇ ਹੈ। Prototyping has also opened up application development process to end user because it simplifies ਐਂਡ ਐਕਸੀਲੇਟ ਸਿਸਟਮ ਡਿਜ਼ਾਈਨ। ਇਹ ਕੀ ਕਰਦਾ ਹੈ? ਸਿਸਟਮ ਦੇ ਡਿਜ਼ਾਈਨ ਨੂੰ ਸਿੰਪਲੀਫਾਈਜ਼, ਮਤਲਬ ਇੱਕ ਸਿੰਪਲ ਤਰੀਕੇ ਨਾਲ ਡਿਫਾਈਨ ਕਰ ਦਿੰਦਾ ਅਤੇ ਉਹਨੂੰ ਵਧੀਆ ਕੰਟਰੋਲ ਕਰਦਾ ਹੈ। ਦਸ ਪ੍ਰੋਟੋਟਾਈਪਿੰਗ ਹੈਜ਼ ਇਨਲਾਰਜ ਦ ਰੋਲ ਆਫ ਦ ਬਿਜ਼ਨਸ ਸਟੇਕ ਹੋਲਡਰ ਅਫੈਕਟਡ ਬਾਈ ਅ ਪ੍ਰਪੋਜ਼ ਸਿਸਟਮ ਐਂਡ ਹੈਲਪਸ ਟੂ ਮੇਕ ਪੋਸੀਬਲ ਅ ਕੁਇਕਰ ਐਂਡ ਮੋਰ ਰਿਸਪੋਂਸਿਵ ਡਿਵੈਲਪਮੈਂਟ ਪ੍ਰੋਸੈਸ ਕਾਲਡ ਐਜਾਈਲ ਸਿਸਟਮ ਡਿਵੈਲਪਮੈਂਟ। ਕਹਿੰਦੇ ਪ੍ਰੋਟੋਟਾਈਪਿੰਗ ਮਾਡਲ ਦੀ ਹੈਲਪ ਨਾਲ ਕੀ ਹੈ? ਆਪਾਂ ਇੱਕ ਵਧੀਆ ਸਿਸਟਮ ਨੂੰ ਹੈਂਡਲ ਕਰ ਸਕਦੇ ਹਾਂ। ਉਸ ਤੋਂ ਇਲਾਵਾ ਕੁਇਕਰ ਅਸੈਸ, ਕਹਿੰਦੇ ਨਾ ਇੱਕ ਚੀਜ਼ ਦਾ ਕੋਈ ਪ੍ਰੋਬਲਮ ਆ ਜਾਣੀ, ਕੁਇਕਲੀ ਉਹਦਾ ਕੋਈ ਆਪਾਂ ਨੂੰ ਅਲਟਰਨੇਟ ਮਿਲ ਜਾਣਾ, ਕੋਈ ਪ੍ਰੋਬਲਮ ਦਾ ਸੋਲਿਊਸ਼ਨ ਮਿਲ ਜਾਣਾ, ਤਾਂ ਇਹ ਕੁਇਕਰ ਅਸੈਸ ਕਰਨ ਦੇ ਵਿੱਚ ਆਪਣੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ। ਹੁਣ ਦਾ ਪ੍ਰੋਟੋਟਾਈਪਿੰਗ ਪ੍ਰੋਸੈਸ ਦੇ ਵਿੱਚ ਕੀ ਹੈ? ਪ੍ਰੋਟੋਟਾਈਪਿੰਗ ਕੈਨ ਬੀ ਯੂਜ਼ ਫॉर ਲਾਰਜ ਐਂਡ ਸਮੋਲ ਐਪਲੀਕੇਸ਼ਨ, ਦੋਨਾਂ ਐਪਲੀਕੇਸ਼ਨ ਲਈ ਯੂਜ਼ ਹੋ ਜਾਂਦਾ। ਲਾਰਜ ਲਈ ਵੀ ਯੂਜ਼ ਕਰ ਸਕਦੇ ਹੋ, ਸਮੋਲ ਐਪਲੀਕੇਸ਼ਨਸ ਲਈ ਵੀ ਯੂਜ਼ ਕਰ ਸਕਦੇ ਹੋ। ਟਿਪੀਕਲੀ ਲਾਰਜ ਬਿਜ਼ਨਸ ਸਿਸਟਮ ਸਟਿਲ ਯੂਜ਼ਿੰਗ ਅ ਟ੍ਰੈਡੀਸ਼ਨਲ ਸਿਸਟਮ ਡਿਵੈਲਪਮੈਂਟ ਅਪਰੋਚ ਬਟ ਪਾਰਟਸ ਆਫ ਸਚ ਸਿਸਟਮ ਕੈਨ ਫ੍ਰੀਕੁਐਂਟਲੀ ਵੀ ਪ੍ਰੋਟੋਟਾਈਪ। ਕਹਿੰਦੇ ਜਿਹੜੇ ਲਾਰਜ ਬਿਜ਼ਨਸ ਯੂਜ਼ ਹੁੰਦੇ ਉਹ ਹਜੇ ਵੀ ਟ੍ਰੈਡੀਸ਼ਨਲ ਸਿਸਟਮ ਸੌਫਟਵੇਅਰ ਲਾਈਕ ਵਾਟਰਫਾਲ ਮਾਡਲ ਵਗੈਰਾ ਯੂਜ਼ ਕਰ ਰਹੇ ਆ, ਬਟ ਫਿਰ ਵੀ ਪ੍ਰੋਟੋਟਾਈਪਿੰਗ ਮਾਡਲ ਕਾਫੀ ਹੱਦ ਤੱਕ ਇਹਨਾਂ ਨੇ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਹੈ। A prototype is a business application needed by a end user developed quickly as variety of application software tool। ਵਧੀਆ ਐਪਲੀਕੇਸ਼ਨ ਸੌਫਟਵੇਅਰ ਟੂਲ ਡਿਵਾਈਸ ਕਰਨ ਲਈ ਅਤੇ ਕੁਇਕਲੀ ਉਹਨਾਂ ਰਿਸਪੌਂਸ ਦੇਣ ਲਈ ਜਿਹੜੇ ਐਂਡ ਯੂਜ਼ਰ ਹੁੰਦੇ, ਬਿਲਕੁਲ ਐਂਡ 'ਤੇ ਪ੍ਰੋਡਕਟ ਤਿਆਰ ਕਰਨ ਬੈਠੇ ਹੁੰਦੇ ਆ, ਉਹ ਇਹਨੂੰ ਯੂਜ਼ ਕਰਦੇ ਆ। ਹੁਣ ਇਹ ਦੇਖੋ ਇੱਕ ਨੀਚੇ ਫਿਗਰ ਬਣਿਆ ਹੋਇਆ ਹੈ। ਫਿਗਰ ਦੇ ਵਿੱਚ ਦੇਖੋ ਆਪਾਂ ਨੂੰ ਕੀ ਦੱਸਿਆ ਹੋਇਆ? ਆਈਡੈਂਟੀਫਾਈ ਐਨ ਐਂਡ ਯੂਜ਼ਰ ਬਿਜ਼ਨਸ ਰਿਕੁਆਇਰਮੈਂਟ। ਪਹਿਲਾਂ ਐਂਡ ਯੂਜ਼ਰ ਜਿਹੜੇ ਬਿਜ਼ਨਸ ਦੇ ਰਿਕੁਆਇਰਮੈਂਟ ਦੱਸਦੇ, ਫਿਰ ਕੀ ਡਿਵੈਲਪ ਬਿਜ਼ਨਸ ਸਿਸਟਮ ਪ੍ਰੋਟੋਟਾਈਪਿੰਗ ਬਣਦਾ, ਰਿਵਾਈਜ਼, ਉਸ ਤੋਂ ਬਾਅਦ ਉਹਨੂੰ ਰਿਵਾਈਜ਼ ਕੀਤਾ ਜਾਂਦਾ ਜਿਹੜੇ ਕਿ ਐਂਡ ਯੂਜ਼ਰ ਦੀ ਰਿਕੁਆਇਰਮੈਂਟ ਦੇ ਨਾਲ ਨੀਡ ਨੂੰ ਮੀਟ ਕਰਦਾ। ਫਿਰ ਯੂਜ਼ ਐਂਡ ਮੇਨਟੇਨ ਦਾ ਐਕਸਪੈਕਟਡ ਬਿਜ਼ਨਸ ਸਿਸਟਮ, ਜੋ ਬਿਜ਼ਨਸ ਦੀਆਂ ਆਪਣੀਆਂ ਐਕਸਪੈਕਟੇਸ਼ਨਸ ਹੈ, ਜੋ ਆਪਾਂ ਚਾਹੁੰਦੇ ਹਾਂ ਐਵੇਂ ਹੋਵੇ, ਤਾਂ ਉਹਨਾਂ ਨੂੰ ਐਕਸਪੈਕਟੇਸ਼ਨ 'ਤੇ ਵੀ ਖਰਾ ਉਤਰਦਾ ਰਹਿੰਦਾ। ਇੱਕ ਦੇਖੋ ਇੱਥੇ ਪ੍ਰੋਟੋਟਾਈਪਿੰਗ ਸਾਈਕਲ ਚੱਲਦੀ ਹੈ ਅਤੇ ਮੇਨਟੇਨੈਂਸ ਸਾਈਕਲ ਇਹ ਸਾਈਡ ਬਾਈ ਸਾਈਡ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਤਾਂ ਹੁਣ ਇਹਦੇ ਵਿੱਚ ਕੀ ਕਹਿੰਦੇ? ਐਜ਼ ਏ ਫਿਗਰ ਇਲਸਟ੍ਰੇਟ ਪ੍ਰੋਟੋਟਾਈਪ ਇਜ਼ ਐਨ ਇਟਰੇਟਿਵ ਇੰਟਰੈਕਟਿਵ ਪ੍ਰੋਸੈਸ ਦੈਟ ਕੰਬਾਈਨ ਦਾ ਸਟੈਪਸ ਆਫ ਟ੍ਰੈਡੀਸ਼ਨਲ ਡਿਵੈਲਪਮੈਂਟ ਲਾਈਫ ਸਾਈਕਲ। ਕਹਿੰਦੇ ਜਿਹੜੇ ਟ੍ਰੈਡੀਸ਼ਨਲ ਡਿਵੈਲਪਮੈਂਟ ਸਾਈਕਲ ਹੈ ਉਹਦੇ ਸਟੈਪਸ ਨੂੰ ਇਹ ਵੀ ਫੋਲੋ ਕਰਦਾ। ਐਂਡ ਯੂਜ਼ਰ ਵਿਦ ਸਫੀਸ਼ੀਐਂਟ ਐਕਸਪੀਰੀਅੰਸ ਵਿਦ ਐਪਲੀਕੇਸ਼ਨ ਡਿਵੈਲਪਮੈਂਟ ਟੂਲ। ਹੁਣ ਜਿਹੜਾ ਐਂਡ ਯੂਜ਼ਰ ਹੋਊਗਾ ਜਿਹਨੇ ਸੌਫਟਵੇਅਰ ਨੂੰ ਬਿਲਕੁਲ ਪ੍ਰੋਪਰ ਤਿਆਰ ਕਰਨਾ, ਉਹ ਕੀ ਹੋਣਾ ਚਾਹੀਦਾ? ਐਕਸਪੀਰੀਅੰਸ ਹੋਣਾ ਚਾਹੀਦਾ ਅਤੇ ਉਹਨੇ ਸਾਰੇ ਟੂਲਸ ਉਹਦੇ ਕੋਲ ਹੋਣੇ ਚਾਹੀਦੇ ਡਿਵੈਲਪ ਕਰਨ ਲਈ। ਅਲਟਰਨੇਟਿਵਲੀ you could work with the IS specialist, develop a prototype interactive session। For example, you could develop, test, refine prototyping management report। ਜੋ ਵੀ ਰਿਪੋਰਟਮੈਂਟਸ ਆਉਂਦੀਆਂ, ਰਿਪੋਰਟਸ ਜਿਹੜੀਆਂ ਤਿਆਰ ਹੁੰਦੀਆਂ ਉਹਨਾਂ ਨੂੰ ਤੁਸੀਂ ਰਿਪੋਰਟਸ ਨੂੰ ਤਿਆਰ ਕਰਨਾ, ਮੈਨੇਜ ਕਰਨਾ, ਰਿਫਾਈਨ ਕਰਨਾ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ। ਹੁਣ ਆਪਾਂ ਦੇਖੀਏ ਜੇ ਐਡਵਾਂਟੇਜ ਦੇਖੀਏ ਪ੍ਰੋਟੋਟਾਈਪਿੰਗ ਦੀਆਂ। In a situation where there is some uncertainty about information requirement, design solution prototype is more useful approach। ਦੇਖੋ ਵਾਟਰਫਾਲ ਮਾਡਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ ਰਿਕੁਆਇਰਮੈਂਟ ਹੈ ਐਟ ਦ ਸਟਾਰਟਿੰਗ ਹੀ ਤੁਹਾਨੂੰ ਦੱਸਣੀਆਂ ਪੈਂਦੀਆਂ ਸੀ। ਜਦੋਂ ਆਪਾਂ ਮਾਡਲ ਬਣਾਉਣਾ ਸ਼ੁਰੂ ਕਰਨਾ ਨਾ, ਸਟਾਰਟਿੰਗ 'ਤੇ ਹੀ ਦੱਸੋ ਵੀ ਸਾਡੀਆਂ ਆਹ ਰਿਕੁਆਇਰਮੈਂਟ ਹੈ। ਉਹ ਪੋਸੀਬਿਲਿਟੀ ਨਹੀਂ ਹੁੰਦੀ ਕਿਉਂਕਿ ਰਿਕੁਆਇਰਮੈਂਟ ਚੇਂਜ ਹੁੰਦੀ ਰਹਿੰਦੀ। ਤਾਂ ਪ੍ਰੋਟੋਟਾਈਪ ਦੇ ਵਿੱਚ ਕੀ ਹੈ? ਐਡੀਸ਼ਨਲ ਰਿਕੁਆਇਰਮੈਂਟ ਜਿਹੜੀਆਂ ਉਹ ਕਿਸੇ ਵੀ ਟਾਈਮ 'ਤੇ ਅਨਸਰਟੇਨਿਟੀ ਜਿਹੜੀਆਂ ਰਿਕੁਆਇਰਮੈਂਟਸ ਆਉਂਦੀਆਂ, ਜ਼ਰੂਰਤਾਂ ਆਉਂਦੀਆਂ, ਉਹਨਾਂ ਨੂੰ ਇਹ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਰਦਰ ਦਾ ਰਿਕੁਆਇਰਮੈਂਟ ਐਂਡ ਚੇਂਜ ਸਬਸਟੈਂਟਲੀ ਦਾ ਸਿਸਟਮ ਇੰਪਲੀਮੈਂਟੇਸ਼ਨ ਪ੍ਰੋਡਕਟ। ਉਸ ਤੋਂ ਇਲਾਵਾ ਕਹਿੰਦੇ ਤੁਸੀਂ
कोई भी रिक्वायरमेंट को कदों भी चेंज भी कर सकते हो ड्यूरिंग द प्रोसैस, जो प्रोसैस चल रही है ना, कोई रिक्वायरमेंट अपन लगे मेरी जरूरत ये नहीं सी चेंज करने, तो तुसी चेंजिंग भी करवा सकते हो। प्रोटोटाइपिंग प्रोवाइड अपॉर्चुनिटी फॉर यूजर इंटरफेस इन अ सिस्टम डिवेलपमेंट, यूजर नीड्स अ बिहेवियर नो इंटायरली प्रेडिकेबल एंड स्ट्रोंगली डिपेंडेंट अपॉन द कंसैप्ट ऑफ द सिचुएशन। कहते ये ਆਪਾਂ ਨੂੰ प्रेडिकेट करने की जरूरत नहीं पैंती, कुछ भी अंदाजा लगाने की जरूरत नहीं पैंती, आप यूजर के बिहेवियर के अकॉर्डिंग ये चीज़ों नाल दी नाल परफॉर्म करते रहने। When prototyping system is used development, the morale and the satisfaction user remains high because of their active involvement in system development। उसके अलावा कहते थोड़ी एक एक्टिव इन्वॉल्वमेंट रहती है जो तुसी किसी सिस्टम नू डिवेलप करते हो। ये उस बाद जी कुछ लिमिटेशनस भी अपने को, लिमिटेशन ऑफ प्रोटोटाइपिंग मॉडल सब तो पहला है फॉर यूजिंग प्रोटोटाइपिंग लार्ज सिस्टम मस्ट बी डिवाइडेड इनटू प्रोटोटाइप डिवेलपमेंट पार्ट ऑफ अ टाइम। कहते एक जो कोई आप लार्ज सिस्टम के उत्ते प्रोटोटाइपिंग मॉडल जो डिफाइन कर रहे हैं उन्होंने आपको बेसिकली की करना पऊगा, पार्ट्स के विच पहला डिफाइन करना पऊगा, छोटे छोटे हिस्सों के वंडना पऊगा, फिर आप उन्होंने डिस्क्राइब कर सकते हैं। ईजिली एंड रैपिडली डिवेलपमेंट प्रोटोटाइप मे इनकरेज द डिवेलपर टू मूव टू क्विकली टुवर्ड्स वर्किंग मॉडल विदाउट कैप्चरिंग ईवन अ बेसिक सैट ऑफ रिक्वायरमेंट। कई बार बेसिक सैट ऑफ रिक्वायरमेंट रह जाती है, दूसरी रिक्वायरमेंट ही ये पूरा किया जाता है, बेसिक रिक्वायरमेंट कई बार इग्नोर कर देता है। हुण कहते जो फाइनल स्टैप होंगे उन्होंने पॉलिश करना जरूरी है। इस पॉलिश सिस्टम मे नॉट बी कैरिड आउट, उन्होंने पॉलिश नहीं किया जाता, कहते ध्यान नाल देख के फाइनल स्टैप ध्यान नाल करके यूजर तक प्रोवाइड नहीं किया जाता। एनी सिस्टम नीड टेस्टिंग टू इवैल्यूएट इट्स परफॉर्मेंस बिफोर इट पुट द एक्चुअल एप्लीकेशन हाउएवर सिंस प्रोटोटाइप डेवलप्ड सो एफर्टलेसली द डेवलपर मे इंश्योर द टेस्टिंग कैन बी हैंडल्ड बाय एंड यूजर ऑफ देयर ओन। मतलब फिर टेस्टिंग बहुत जरूरी होंगी है, कहते ਜਿਹੜੇ यूजर्स होंगे ना वो एंड यूजर तो सारा काम छड्ड दिंदे भी वही टेस्टिंग परफॉर्म करनगे। कई बार टेस्टिंग फील्ड ही निकल जाता, टेस्टिंग परफॉर्म ही नहीं होती, बिना टेस्टिंग किए यूजर को प्रोवाइड कर दिता जाता है। जो बिना टेस्टिंग किए यूजर उस चीज़ को यूज़ करता तो वो एरर आने के काफ़ी ज़्यादा चांसिस रहते हैं। तो ये स्टूडेंट सीगा तुहाडा प्रोटोटाइपिंग मॉडल, ठीक है। प्रोटोटाइपिंग मॉडल अपना कंप्लीट हो गया। उस तो बाद अपने को आ जाता है इटरेटिव इनहेंसमेंट मॉडल, तो एक अपने को आ जाऊगा स्पाइरल मॉडल। अज मैं तुम्हें इटरेटिव इनहेंसमेंट मॉडल भी ये करवा देनी है। इटरेटिव इनहेंसमेंट मॉडल की है, तो इटरेटिव इनहेंसमेंट मॉडल कंबाइनस एलीमेंट द लीनियर सिक्वेंशियल मॉडल। लीनियर समझ लो, लीनियर जो लगातार चलता है, एक तो बाद दूसरी प्रोसैस जी चलती है। इन दिस मॉडल द सॉफ्टवेयर इज़ ब्रोकन इंटू सैवरल मॉड्यूल्स। एक सॉफ्टवेयर को छोटे छोटे हिस्सों के वंड लेंगे हैं, विच आर इंक्रीमेंटली डिवेलपड एंड डिलीवर, जोड़े कि इंक्रीमेंटली मतलब जिमें पहला हिस्सा वो एक प्लस करता दूसरा, एक प्लस करता तीसरा, मतलब प्लस प्लस करके अगे आप डिवेलप करते जाने तो डिलीवर करते जाने। इस तरह कहते अपना जो कोर ऑफ सिस्टम है बिल्कुल गहराई तो जाके की होंगे अपना सिस्टम रिफाइंड होंगे तो न्यू फंक्शनैलिटी होंगी, तो ये सक्सैसिव होने के काफ़ी ज़्यादा चांसिस होंगे हैं। ईच लीनियर सिक्वेंस प्रोड्यूस अ डिलीवरेबल इंक्रीमेंट सॉफ्टवेयर, फॉर एग्जाम्पल वर्ड प्रोसैसिंग, इटरेटिव पैराडिगम है या माई डिलीवर बेसिस ऑन द मैनेजमेंट एडिटिंग। सारे दे कोई भी एडिटिंग करनी है, कोई रिपोर्ट की रिफाइनमेंट करनी है, सारे की होंगे बेस्ड होंगे। वैन इटरेटिव इनहेंसमेंट मॉडल यूज द फर्स्ट इंक्रीमेंट ऑफ एन कोर प्रोडक्ट दैट इज बेसिक रिक्वायरमेंट इज एड्रैस। ये बेसिक रिक्वायरमेंट पहला दिखिया जांदियां, ठीक है ना। पहले बेसिक रिक्वायरमेंट देखते हैं, फिर जी सप्लीमेंट्री फीचर्स होंगे वो रिमेन अनडिलीवर, जी कि सप्लीमेंट्री एक्सट्रा फीचर्स है उन्होंने डिलीवर नहीं किया जाता, यूजर को वही डिलीवर की जी उन्होंने रिक्वायर्ड होंगी। दिस प्रोसैस ये स्टैप जोड़े ना ये रिपीट होंगे रहते हैं जो तक यूजर दी सारिया रिक्वायरमेंट फुलफिल नहीं हो जाती। देखो सब तो पहले एनालिसिस है, फिर डिज़ाइन है, फिर कोडिंग है, फिर टेस्टिंग है। पहला फिर चैक किया, फिर इंक्रीमेंट 2 के आ गए यही फेज, फिर एनालिसिस डिज़ाइन कोड टेस्टिंग, फिर ये कदों तक ये सारी इंक्रीमेंट चलता रहता है जो तक यूजर दी सारिया रिक्वायरमेंट कंप्लीट नहीं हो जाती, उद तक ये फेज जोड़े रिपीट होंगे रहते हैं। एडवांटेज की है भी इटरेटिव इनहेंसमेंट मॉडल दी, एक तो आपको फीडबैक मिलती रहती है जो आप इंक्रीमेंट करते हैं लेटेस्ट स्टेज के उत्ते भी की है फीडबैक अपना सक्सैसफुल है या नहीं, ठीक है। रिक्वायरमेंट की है टाइम टू टाइम रिड्यूस होंगे, पहले फेज के रिक्वायरमेंट पूरी हो गई, फिर दूजे फेज के रिड्यूस घटदियाँ जाएंगे जो आप पूरी करी जाने। यूजर गैट बेनीफिट, यूजर को बेनीफिट मिलते रहते हैं कन्वेंशनल प्रोग्राम से। एक छोटे छोटे हिस्सों के वंड के काम करते हैं, मैनेज से कंट्रोल करना ईजी हो जाता है। गोल्ड प्लैटिंग इट इज़ रिक्वेस्टिंग टू फीचर ऑफ अननैसेसरी एंड नॉट यूज, जी लैस वैलिफाइड चीज़ा होंगे घट यूज होंगे। प्रोजैक्ट जोड़े टैंपरेरी अबेंडमेंट इज़ मोर अर्जेंट वर्क क्रॉप अप, कहते जोड़े अर्जेंट वर्क लिए परफॉर्म जोड़े किए टास्क उन्होंने ये जल्दी तो यूज होता है। डिसएडवांटेज जी की आ गई भाई सॉफ्टवेयर ब्रेकेज दैट इज़ लेटर इंक्रीमेंट मे रिक्वायर मॉडिफिकेशन ऑफ
ਸੌਫਟਵੇਅਰ ਨੂੰ ਬ੍ਰੇਕ ਕਰਕੇ ਯੂਜ਼ ਕਰਨਾ ਪੈਂਦਾ, ਕਿਉਂਕਿ ਦੇਖੋ ਇੰਕਰੀਮੈਂਟ ਹੁੰਦਾ ਰਹਿੰਦਾ ਹਰੇਕ ਫੇਸ 'ਤੇ। ਤਾਂ ਬ੍ਰੋਕੇਜ ਹੀ ਹੁੰਦੀ ਹੈ ਨਾ, ਪਹਿਲਾਂ ਕੀਤਾ ਫਿਰ ਬ੍ਰੇਕ ਕੀਤਾ ਸੌਫਟਵੇਅਰ ਨੂੰ, ਫਿਰ ਦੂਸਰੀ ਵਾਰੀ ਸਾਰਾ ਪ੍ਰੋਸੈਸ ਫੋਲੋ ਕੀਤਾ, ਫਿਰ ਬ੍ਰੇਕ ਕੀਤਾ, ਤਾਂ ਸੌਫਟਵੇਅਰ ਬ੍ਰੇਕੇਜ ਚੱਲਦੀ ਰਹਿੰਦੀ ਹੈ। ਪ੍ਰੋਗਰਾਮਰਸ ਮੇ ਬੀ ਮੋਰ ਪ੍ਰੋਡਕਟਿਵ ਵਰਕਿੰਗ ਔਨ ਵਨ ਲਾਰਜ ਸਿਸਟਮ ਦੈਨ ਔਨ ਸੀਰੀਜ਼ ਆਫ ਸਮਾਲਰ ਵਨਸ। ਲਾਰਜ ਸਿਸਟਮ ਤੋਂ ਲੈ ਕੇ ਛੋਟੀਆਂ ਤੱਕ ਸੀਰੀਜ਼ ਜਿਹੜੀ ਇਹਦੀ ਪ੍ਰੋਪਰ ਬਣ ਕੇ ਚੱਲਦੀ ਰਹਿੰਦੀ ਹੈ। ਸਮ ਪ੍ਰੋਬਲਮ ਆਰ ਡਿਫੀਕਲਟ ਟੂ ਡਿਵਾਈਡ ਫੰਕਸ਼ਨਲ ਯੂਨਿਟ, ਕਹਿੰਦੇ ਕੁਛ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਡਿਵਾਈਡ ਕਰਕੇ ਮੋਡੀਊਲ ਦੇ ਵਿੱਚ ਡਿਵਾਈਡ ਕਰਕੇ ਈਜ਼ੀਲੀ ਯੂਜ਼ ਕਰ ਲੈਂਦੇ ਹਾਂ, ਪਰ ਕੁਛ ਪ੍ਰੋਬਲਮਸ ਇਹੋ ਜਿਹੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਫੰਕਸ਼ਨਲੀ ਡਿਵਾਈਡ ਹੀ ਨਹੀਂ ਕਰ ਸਕਦੇ ਮੋਡੀਊਲ ਦੇ ਵਿੱਚ ਅੱਗੇ, ਤਾਂ ਉਹਨਾਂ ਪ੍ਰੋਬਲਮਸ ਨੂੰ ਮੈਨੇਜ ਕਰਨਾ ਜਿਹੜਾ ਔਖਾ ਹੋ ਜਾਂਦਾ, ਡਿਲੀਵਰ ਕਰਨਾ ਔਖਾ ਹੋ ਜਾਂਦਾ ਇਨ ਇਟਰੇਟਿਵ ਇਨਹੈਂਸਮੈਂਟ ਮਾਡਲ, ਠੀਕ ਹੈ ਨਾ। ਤਾਂ ਹਰੇਕ ਜ਼ਰੂਰੀ ਨਹੀਂ ਵੀ ਸਾਰੀਆਂ ਪ੍ਰੋਬਲਮ ਨੂੰ ਯੂਜ਼ ਕਰਨ ਦੇ ਵਿੱਚ ਇਹ ਆਪਣੇ ਸਕਸੈਸਫੁਲੀ ਕੰਮ ਨੂੰ ਕਰੇ। ਤਾਂ ਸਟੂਡੈਂਟ ਇਹ ਸੀਗਾ ਤੁਹਾਡਾ ਇਟਰੇਟਿਵ ਇਨਹੈਂਸਮੈਂਟ ਮਾਡਲ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੇ 2 ਮਾਡਲ ਹੋ ਚੁੱਕੇ, ਇੱਕ ਤਾਂ ਇਟਰੇਟਿਵ ਇਨਹੈਂਸਮੈਂਟ ਮਾਡਲ ਆਪਾਂ ਕਰ ਚੁੱਕੇ ਹਾਂ, ਠੀਕ ਹੈ, ਇੱਕ ਆਪਾਂ ਪ੍ਰੋਟੋਟਾਈਪਿੰਗ ਮਾਡਲ ਕਰ ਚੁੱਕੇ ਹਾਂ। ਦੋਨੋਂ ਮਾਡਲ ਇਹਨਾਂ ਨੂੰ ਵੀ ਧਿਆਨ ਨਾਲ ਪੜ੍ਹ ਲੈਣੇ। ਸ਼ਾਰਟ ਨੋਟ ਦੇ ਵਿੱਚ ਇਹਨਾਂ ਮਾਡਲ ਦੇ ਆਉਣ, ਜਿਵੇਂ ਵਾਟਰਫਾਲ ਮਾਡਲ ਆਪਣਾ ਵੱਡਿਆਂ ਕੁਐਸਚਨ ਦੇ ਵਿੱਚ ਆ ਸਕਦਾ, ਇਹ ਸਮੋਲ ਨੋਟਸ ਦੇ ਵਿੱਚ ਆਉਂਦੇ ਇਹਨਾਂ ਦੇ ਚਾਂਸਿਸ ਹੁੰਦੇ ਆ। ਤਾਂ ਧਿਆਨ ਨਾਲ ਕਰ ਲਿਓ, ਜੇ ਕੋਈ ਡਾਊਟ ਹੋਇਆ ਤਾਂ ਆਪਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ। ਕੱਲ੍ਹ ਆਪਾਂ ਸਪਾਈਰਲ ਮਾਡਲ ਕਰਕੇ ਟੌਪਿਕ ਨੂੰ ਕੰਪਲੀਟ ਕਰ ਦਾਂਗੇ।